ਭਾਫ ਇੰਜਨ ਇੱਕ ਅਜਿਹੀ ਕਾਢ ਜਿਸ ਨੇ ਸਾਡੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਪਰ ਕੀ ਇਸ ਦੀ ਅਸਲ ਕਹਾਣੀ ਉਹੀ ਹੈ ਜੋ ਸਾਨੂੰ ਦੱਸੀ ਜਾਂਦੀ ਹੈ? ਆਓ ਪਤਾ ਕਰੀਏ। ਅਕਸਰ ਕਿਹਾ ਜਾਂਦਾ ਹੈ ਕਿ ਜੇਮਸ ਵਾਟ ਨੇ ਭਾਫ ਇੰਜਨ ਦੀ ਕਾਢ ਕੱਢੀ। ਇਹੀ ਕਹਾਣੀ ਤਾਂ ਸਾਰਿਆਂ ਨੇ ਸੁਣੀ ਹੈ ਨਾ? ਪਰ ਅਸਲ 'ਚ ਸੱਚਾਈ ਇਸ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਤੇ ਦਿਲਚਸਪ ਵੀ ਹੈ ਤੇ ਇਸ ਦੀ ਸ਼ੁਰੂਆਤ ਵਾਟ ਤੋਂ ਕਾਫੀ ਪਹਿਲਾਂ ਹੋ ਗਈ ਸੀ। ਤੇ ਇਹੀ ਤਾਂ ਸਾਰੀ ਗੱਲ ਹੈ। ਆਮ ਤੌਰ ਤੇ ਸਾਨੂੰ ਇੱਕ ਇਕੱਲੇ ਜੀਨੀਅਸ ਇਨਸਾਨ ਦੀ ਕਹਾਣੀ ਸੁਣਾਈ ਜਾਂਦੀ ਹੈ, ਪਰ ਅਸਲੀਅਤ ਇਹ ਹੈ ਕਿ ਇਹ ਇੱਕ ਇਕੱਲੇ ਬੰਦੇ ਦੀ ਕਹਾਣੀ ਹੈ ਹੀ ਨਹੀਂ। ਇਹ ਤਾਂ ਕਈ ਖੋਜਕਾਰਾਂ ਦੀ ਇੱਕ ਲੜੀ ਹੈ ਜਿਨ੍ਹਾਂ ਨੇ ਮਿਲ ਕੇ ਇੱਕ ਬਹੁਤ ਵੱਡੀ ਸਮੱਸਿਆ ਦਾ ਹੱਲ ਕੱਢਿਆ ਸੀ। ਤਾਂ ਫਿਰ ਜੇਮਸ ਵਾਟ ਦੇ ਅਸਲ ਯੋਗਦਾਨ ਨੂੰ ਸਮਝਣਾ ਹੈ ਤਾਂ ਸਾਨੂੰ ਸਮੇਂ ਵਿੱਚ ਥੋੜਾ ਪਿੱਛੇ ਜਾਣਾ ਪਵੇਗਾ। ਸਾਨੂੰ ਉਸ ਸਮੱਸਿਆ ਨੂੰ ਦੇਖਣਾ ਪਵੇਗਾ ਜਿਸ ਨੂੰ ਉਸ ਤੋਂ ਪਹਿਲਾਂ ਦੇ ਲੋਕ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਦੇਖੋ, 18ਵੀਂ ਸਦੀ ਦੇ ਇੰਗਲੈਂਡ ਵਿੱਚ ਕੋਲੇ ਤੇ ਟਿਨ ਦੀ ਮੰਗ ਆਸਮਾਨੀ ਚੜੀ ਹੋਈ ਸੀ। ਇਸ ਦਾ ਮਤਲਬ ਸੀ ਖਾਣਾ ਨੂੰ ਹੋਰ ਡੂੰਘਾ ਪੁੱਟਣਾ। ਪਰ ਇੱਕ ਵੱਡੀ ਦਿੱਕਤ ਸੀ, ਜਿੰਨੀ ਖੁਦਾਈ ਡੂੰਘੀ ਹੁੰਦੀ ਓਨਾ ਹੀ ਜ਼ਿਆਦਾ ਪਾਣੀ ਖਾਣਾ ਵਿੱਚ ਭਰ ਜਾਂਦਾ ਸੀ। ਇੱਕ ਬਹੁਤ ਵੱਡਾ ਸੰਕਟ। ਤੇ ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਮਸ ਵਾਟ ਦੇ ਮਸ਼ਹੂਰ ਪੇਟੈਂਟ ਤੋਂ ਪੂਰੇ 50 ਸਾਲ ਪਹਿਲਾਂ ਵੀ ਭਾਫ ਨਾਲ ਚੱਲਣ ਵਾਲੇ ਇੰਜਨ ਮੌਜੂਦ ਸਨ ਤੇ ਕੰਮ ਵੀ ਕਰ ਰਹੇ ਸਨ। ਅਸਲ ਕਹਾਣੀ ਤਾਂ 1698 ਤੋਂ ਸ਼ੁਰੂ ਹੁੰਦੀ ਹੈ। ਹੁਣ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸ਼ੁਰੂਆਤੀ ਇੰਜਨ ਕੰਮ ਕਿਵੇਂ ਕਰਦੇ ਸਨ। ਦੇਖੋ, ਇਹ ਭਾਫ ਦੇ ਜ਼ੋਰ ਨਾਲ ਪਿਸਟਨ ਨੂੰ ਧੱਕਾ ਨਹੀਂ ਦਿੰਦੇ ਸੀ, ਸਗੋਂ ਇਹ ਤਾਂ ਉਲਟਾ ਕੰਮ ਕਰਦੇ ਸੀ। ਭਾਫ ਨੂੰ ਠੰਡਾ ਕਰਕੇ ਇੱਕ ਵੈਕਿਊਮ ਬਣਾਇਆ ਜਾਂਦਾ ਸੀ ਤੇ ਫਿਰ ਬਾਹਰਲੀ ਹਵਾ ਦਾ ਦਬਾਅ ਹੀ ਪਿਸਟਨ ਨੂੰ ਹੇਠਾਂ ਵੱਲ ਖਿੱਚਦਾ ਸੀ। ਸੋਚੋ, ਤਾਕਤ ਭਾਫ ਦੀ ਨਹੀਂ, ਹਵਾ ਦੀ ਵਰਤੀ ਜਾ ਰਹੀ ਸੀ। ਨਿਊਕੋਮਨ ਦਾ ਇੰਜਨ ਬਿਨਾਂ ਸ਼ੱਕ ਖਾਣਾ 'ਚੋਂ ਪਾਣੀ ਕੱਢਣ ਲਈ ਇੱਕ ਕ੍ਰਾਂਤੀ ਸੀ, ਪਰ ਇਸ ਵਿੱਚ ਇੱਕ ਬਹੁਤ ਵੱਡੀ ਖਾਮੀ ਸੀ। ਸੋਚ ਕੇ ਦੇਖੋ, ਹਰ ਇੱਕ ਸਟ੍ਰੋਕ ਲਈ ਪਹਿਲਾਂ ਪੂਰੇ ਸਿਲੰਡਰ ਨੂੰ ਭਾਫ ਨਾਲ ਗਰਮ ਕੀਤਾ ਜਾਂਦਾ ਤੇ ਫਿਰ ਉਸੇ ਸਿਲੰਡਰ ਵਿੱਚ ਠੰਡਾ ਪਾਣੀ ਪਾ ਕੇ ਉਸ ਨੂੰ ਠੰਡਾ ਕੀਤਾ ਜਾਂਦਾ। ਗਰਮ ਕਰੋ, ਠੰਡਾ ਕਰੋ, ਗਰਮ ਕਰੋ, ਠੰਡਾ ਕਰੋ। ਇਸ ਵਿੱਚ ਬੇਹਿਸਾਬ ਗਰਮੀ ਤੇ ਈਂਧਨ ਬਰਬਾਦ ਹੋ ਰਿਹਾ ਸੀ। ਅਤੇ ਇੱਥੋਂ ਹੀ ਜੇਮਸ ਵਾਟ ਦੀ ਐਂਟਰੀ ਹੁੰਦੀ ਹੈ, ਪਰ ਇੱਕਦਮ ਜ਼ੀਰੋ ਤੋਂ ਸ਼ੁਰੂ ਕਰਨ ਵਾਲੇ ਖੋਜਕਾਰ ਵਾਂਗ ਨਹੀਂ, ਸਗੋਂ ਇੱਕ ਹੁਨਰਮੰਦ ਇਨਸਟਰੂਮੈਂਟ ਮੇਕਰ ਵਜੋਂ ਜਿਸ ਦੇ ਕੋਲ ਇੱਕ ਖਰਾਬ ਇੰਜਨ ਠੀਕ ਹੋਣ ਲਈ ਆਇਆ ਸੀ। ਜਦੋਂ ਵਾਟ ਨੇ ਗਲਾਸਗੋ ਯੂਨੀਵਰਸਿਟੀ ਦੇ ਉਸ ਮਾਡਲ ਇੰਜਨ ਨੂੰ ਦੇਖਿਆ ਤਾਂ ਉਸਨੇ ਇਸ ਨੂੰ ਇੱਕ ਮਕੈਨਿਕ ਵਾਂਗ ਨਹੀਂ, ਸਗੋਂ ਇੱਕ ਸਾਇੰਟਿਸਟ ਵਾਂਗ ਦੇਖਿਆ। ਉਸ ਨੂੰ ਇੱਕਦਮ ਸਮਝ ਆ ਗਿਆ ਕਿ ਅਸਲ ਸਮੱਸਿਆ ਤਾਂ ਊਰਜਾ ਦੀ ਬੇਹਿਸਾਬ ਬਰਬਾਦੀ ਹੈ ਤੇ ਇਸੇ ਨੂੰ ਹੱਲ ਕਰਨਾ ਪਵੇਗਾ। ਤਾਂ ਦੇਖੋ, ਨਿਊਕੋਮਨ ਦਾ ਸਾਈਕਲ ਕਿਵੇਂ ਚੱਲਦਾ ਸੀ। ਪਹਿਲਾ ਕਦਮ, ਘੱਟ ਪ੍ਰੈਸ਼ਰ ਵਾਲੀ ਭਾਫ ਸਿਲੰਡਰ ਵਿੱਚ ਆਈ। ਦੂਜਾ ਕਦਮ, ਠੰਡਾ ਪਾਣੀ ਸਿੱਧਾ ਉਸੇ ਸਿਲੰਡਰ ਵਿੱਚ ਪਾਇਆ ਗਿਆ। ਇਸ ਨਾਲ ਭਾਫ ਇੱਕਦਮ ਠੰਡੀ ਹੋ ਗਈ, ਵੈਕਿਊਮ ਬਣਿਆ ਤੇ ਪਿਸਟਨ ਹੇਠਾਂ ਆ ਗਿਆ। ਪਰ ਸਮੱਸਿਆ ਕੀ ਹੋਈ? ਪੂਰਾ ਦਾ ਪੂਰਾ ਸਿਲੰਡਰ ਹੁਣ ਬਰਫ਼ ਵਾਂਗ ਠੰਡਾ ਹੈ। ਅਗਲੇ ਸਟ੍ਰੋਕ ਲਈ ਇਸ ਨੂੰ ਦੁਬਾਰਾ ਗਰਮ ਕਰਨਾ ਪਵੇਗਾ। ਕਿੰਨੀ ਬਰਬਾਦੀ! ਤੇ ਇੱਥੇ ਆਉਂਦਾ ਹੈ ਵਾਟ ਦਾ ਜੀਨੀਅਸ ਆਈਡੀਆ। ਉਸਨੇ ਸੋਚਿਆ, ਕਿਉਂ ਨਾ ਭਾਫ ਨੂੰ ਕਿਤੇ ਹੋਰ ਠੰਡਾ ਕੀਤਾ ਜਾਵੇ। ਉਸਨੇ ਇੱਕ ਵੱਖਰਾ ਕੰਡੈਂਸਰ ਬਣਾ ਦਿੱਤਾ। ਹੁਣ ਭਾਫ ਗਰਮ ਸਿਲੰਡਰ 'ਚੋਂ ਨਿਕਲ ਕੇ ਇੱਕ ਵੱਖਰੇ ਭਾਂਡੇ ਵਿੱਚ ਜਾਂਦੀ ਸੀ ਤੇ ਉੱਥੇ ਠੰਡੀ ਹੁੰਦੀ ਸੀ। ਇਸ ਦਾ ਮਤਲਬ ਮੁੱਖ ਸਿਲੰਡਰ ਹਮੇਸ਼ਾ ਗਰਮ ਦਾ ਗਰਮ ਰਹਿੰਦਾ ਸੀ ਤੇ ਨਤੀਜਾ ਕਮਾਲ ਦਾ। ਓਨਾ ਹੀ ਕੰਮ, ਪਰ ਸਿਰਫ 1/3 ਈਂਧਣ ਨਾਲ। ਪਰ ਦੇਖੋ, ਇੱਕ ਸ਼ਾਨਦਾਰ ਆਈਡੀਆ ਹੋਣਾ ਇੱਕ ਗੱਲ ਹੈ ਤੇ ਉਸ ਆਈਡੀਆ ਨੂੰ ਇੱਕ ਕਾਮਯਾਬ ਬਿਜ਼ਨਸ ਬਣਾਉਣਾ ਉਹ ਬਿਲਕੁਲ ਵੱਖਰੀ ਕਹਾਣੀ ਹੈ। ਵਾਟ ਇੱਕ ਸਾਇੰਟਿਸਟ ਸੀ, ਇੱਕ ਖੋਜੀ ਸੀ, ਪਰ ਉਹ ਬਿਜ਼ਨਸਮੈਨ ਨਹੀਂ ਸੀ। ਉਸਨੂੰ ਇੱਕ ਪਾਰਟਨਰ ਦੀ ਲੋੜ ਸੀ ਤੇ ਉਹ ਪਾਰਟਨਰ ਮਿਲਿਆ ਮੈਥਿਊ ਬੋਲਟਨ ਦੇ ਰੂਪ ਵਿੱਚ। ਬੋਲਟਨ ਇੱਕ ਦੂਰਅੰਦੇਸ਼ੀ ਉਦਯੋਗਪਤੀ ਸੀ। ਉਸ ਕੋਲ ਪੈਸਾ ਸੀ, ਮਾਰਕੀਟਿੰਗ ਦੀ ਸਮਝ ਸੀ ਤੇ ਸਭ ਤੋਂ ਜ਼ਰੂਰੀ, ਉਸ ਕੋਲ ਇੱਕ ਅਜਿਹੀ ਫੈਕਟਰੀ ਸੀ ਜਿੱਥੇ ਵਾਟ ਦੇ ਇੰਜਨ ਨੂੰ ਬਿਲਕੁਲ ਸਟੀਕ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ। ਇਹ ਇੱਕ ਸੰਪੂਰਨ ਜੋੜੀ ਸੀ। ਤੇ ਇਹ ਸਾਂਝੇਦਾਰੀ ਕਿੰਨੀ ਕੁ ਕਾਮਯਾਬ ਹੋਈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ 1800 ਤੱਕ ਸਿਰਫ ਕਾਰਨਵਾਲ ਦੀਆਂ ਖਾਣਾਂ ਤੋਂ ਹੀ ਉਨ੍ਹਾਂ ਨੇ ਰਾਇਲਟੀ ਵਿੱਚ 1,80,000 ਪਾਉਂਡ ਕਮਾ ਲਏ ਸੀ। ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਰਕਮ 88 ਮਿਲੀਅਨ ਪਾਉਂਡ ਤੋਂ ਵੀ ਜ਼ਿਆਦਾ ਬਣਦੀ ਹੈ। ਬਹੁਤ ਵੱਡੀ ਰਕਮ। ਹੁਣ ਹੱਥ ਵਿੱਚ ਇੱਕ ਕਾਮਯਾਬ ਇੰਜਨ ਸੀ ਤੇ ਇਸ ਸਾਂਝੇਦਾਰੀ ਨੇ ਸਿਰਫ ਖਾਣਾ ਦਾ ਪਾਣੀ ਹੀ ਨਹੀਂ ਕੱਢਿਆ, ਇਸਨੇ ਇੱਕ ਪੂਰੀ ਉਦਯੋਗਿਕ ਕ੍ਰਾਂਤੀ ਨੂੰ ਜਨਮ ਦੇ ਦਿੱਤਾ।
ਤੇ ਇਹ ਬਦਲਾਅ ਸ਼ਾਇਦ ਸਭ ਤੋਂ ਵੱਡਾ ਸੀ। ਪਹਿਲਾਂ ਕੀ ਹੁੰਦਾ ਸੀ ਕਿ ਫੈਕਟਰੀਆਂ ਨੂੰ ਪਾਵਰ ਲਈ ਨਦੀਆਂ ਤੇ ਨਿਰਭਰ ਰਹਿਣਾ ਪੈਂਦਾ ਸੀ, ਇਸ ਲਈ ਉਹ ਨਦੀਆਂ ਦੇ ਕਿਨਾਰੇ ਹੀ ਬਣਦੀਆਂ ਸਨ। ਪਰ ਭਾਫ ਦੇ ਇੰਜਨ ਨੇ ਇਸ ਨਿਰਭਰਤਾ ਨੂੰ ਖਤਮ ਕਰ ਦਿੱਤਾ। ਹੁਣ ਫੈਕਟਰੀ ਕਿਤੇ ਵੀ ਲੱਗ ਸਕਦੀ ਸੀ ਤੇ ਇਸੇ ਕਾਰਨ ਮੈਨਚੈਸਟਰ ਵਰਗੇ ਵੱਡੇ-ਵੱਡੇ ਉਦਯੋਗਿਕ ਸ਼ਹਿਰ ਵਸਣੇ ਸ਼ੁਰੂ ਹੋ ਗਏ। ਪਰ ਇਸ ਨਵੀਂ ਤਾਕਤ ਦਾ ਇੱਕ ਹਨੇਰਾ ਪੱਖ ਵੀ ਸੀ, ਇੱਕ ਅਜਿਹਾ ਪੱਖ ਜੋ ਅਸਮਾਨ ਵਿੱਚ ਸਾਫ਼ ਦਿਖਾਈ ਦਿੰਦਾ ਸੀ। ਇਹ ਸੀ ਧੂਏ ਦੀ ਸਮੱਸਿਆ। ਇਹੀ ਤੋਂ ਉਦਯੋਗਿਕ ਹਵਾ ਪ੍ਰਦੂਸ਼ਣ ਦੀ ਸ਼ੁਰੂਆਤ ਹੋਈ। ਉਸ ਸਮੇਂ ਦੇ ਉਦਯੋਗਪਤੀਆਂ ਲਈ ਤਾਂ ਧੂਆਂ ਤਰੱਕੀ ਤੇ ਨੌਕਰੀਆਂ ਦਾ ਨਿਸ਼ਾਨ ਸੀ, ਪਰ ਮੈਨਚੈਸਟਰ ਵਰਗੇ ਸ਼ਹਿਰਾਂ ਦਾ ਅਸਮਾਨ ਦੇਖੋ, ਕੁਝ ਹੀ ਦਹਾਕਿਆਂ ਵਿੱਚ ਇਹ ਚਿਮਨੀਆਂ ਦੇ ਇੱਕ ਜੰਗਲ ਵਿੱਚ ਤਬਦੀਲ ਹੋ ਗਿਆ। ਤੇ ਇਹ ਗੱਲ ਬਹੁਤ ਹੀ ਹੈਰਾਨ ਕਰਦੀ ਹੈ ਕਿ 1835 ਵਿੱਚ ਹੀ, ਯਾਨੀ ਲਗਭਗ 200 ਸਾਲ ਪਹਿਲਾਂ, ਚਾਰਲਸ ਬੈਬੇਜ ਵਰਗੇ ਚਿੰਤਕ ਇਹ ਸਵਾਲ ਉਠਾ ਰਹੇ ਸਨ ਕਿ ਇੰਨਾ ਸਾਰਾ ਕੋਲਾ ਸਾੜਨ ਨਾਲ ਸਾਡੇ ਵਾਯੂਮੰਡਲ ਵਿੱਚ ਜੋ ਕਾਰਬਨ ਡਾਈਆਕਸਾਈਡ ਵਧ ਰਹੀ ਹੈ, ਉਸ ਦਾ ਲੰਬੇ ਸਮੇਂ ਵਿੱਚ ਕੀ ਅਸਰ ਹੋਵੇਗਾ। ਕਿੰਨੀ ਦੂਰ ਦੀ ਸੋਚ ਸੀ। ਤਾਂ ਫਿਰ ਇਸ ਸਭ ਤੋਂ ਬਾਅਦ ਜੇਮਸ ਵਾਟ ਅਤੇ ਉਸ ਇੰਜਨ ਦੀ ਵਿਰਾਸਤ ਨੂੰ ਕਿਵੇਂ ਦੇਖਿਆ ਜਾਵੇ? ਇੱਕ ਅਜਿਹਾ ਇੰਜਨ ਜਿਸ ਨੇ ਸੱਚਮੁੱਚ ਦੁਨੀਆ ਦੀ ਸ਼ਕਲ ਬਦਲ ਦਿੱਤੀ। ਦੇਖੋ, ਭਾਫ ਇੰਜਣ ਦੀ ਅਸਲ ਕਹਾਣੀ ਕਿਸੇ ਇੱਕ ਹੀਰੋ ਦੀ ਕਹਾਣੀ ਨਹੀਂ ਹੈ। ਇਹ ਤਾਂ ਇੱਕ ਲੜੀਵਾਰ ਕਹਾਣੀ ਹੈ। ਇਹ ਇੱਕ ਸੰਕਟ ਤੋਂ ਸ਼ੁਰੂ ਹੋਈ। ਸੈਵਰੀ ਤੇ ਨਿਊਕੋਮਨ ਵਰਗੇ ਖੋਜਕਾਰਾਂ ਨੇ ਇਸ ਦੀ ਨੀਂਹ ਰੱਖੀ। ਵਾਟ ਦੇ ਵਿਗਿਆਨਕ ਦਿਮਾਗ ਨੇ ਇਸ ਨੂੰ ਕਮਾਲ ਦੀ ਕੁਸ਼ਲਤਾ ਦਿੱਤੀ। ਬੋਲਟਨ ਦੇ ਵਪਾਰਕ ਹੁਨਰ ਨੇ ਇਸ ਨੂੰ ਦੁਨੀਆ ਤੱਕ ਪਹੁੰਚਾਇਆ। ਤੇ ਹਾਂ, ਇਸ ਨੇ ਬੇਅੰਤ ਤਰੱਕੀ ਦਿੱਤੀ, ਪਰ ਇੱਕ ਵੱਡੀ ਵਾਤਾਵਰਣ ਕੀਮਤ ਤੇ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਕੋਈ ਕਾਢ ਦੁਨੀਆ ਬਦਲ ਦਿੰਦੀ ਹੈ ਤਾਂ ਉਸ ਦਾ ਅਸਲ ਸਿਰਾ ਕਿਸ ਨੂੰ ਜਾਣਾ ਚਾਹੀਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਯਾਦ ਦਿਲਾਉਂਦਾ ਹੈ ਕਿ ਇਤਿਹਾਸ ਦੇ ਵੱਡੇ-ਵੱਡੇ ਬਦਲਾਅ ਕਦੇ ਵੀ ਕਿਸੇ ਇੱਕ ਇਨਸਾਨ ਦੇ ਦਮ ਤੇ ਨਹੀਂ ਆਉਂਦੇ।